इसी तरह संत गुरु रहबर भी वो कोच है। जे गुरु कहने च शर्म आती है तो कोच ही कह लो, क्योंकि कोई फर्क नहीं पैंदा। क्योंकि सूरज का काम है प्रकाश देना। ਉਹਨੂੰ ਤੁਸੀਂ सन कह लो, रवि कह लो, सूरज कह लो, जो मर्जी कह लो, उन्हें कहना भाई नाम तू जो मर्जी रख ला, जो मेरा काम है मैं तो वही करना है। समझते हो कि नहीं? कई बार बंदा कहता लै मैनू गुरु की लोड़, बोलो समझते हो कि नहीं? गुरु की तो सब तो ज्यादा लोड़ है सानू। ਜਿਹੜੀ चीज़ की सब तो ज्यादा लोड़ है, बंदा कहता नहीं लोड़ मैनू की है, ਤਾਂ ਹੀ ਤਾਂ ਬੰਦਾ अंधेरे 'ਚ बैठा है। चार किताबां पढ़ के बंदा कहता मैनू गुरु की लोड़ नहीं है। ये याद रखो, किताबां सानू उत्थे नहीं पहुंचा सकती जिथे सानू गुरु पहुंचा सकता है। ये गल हमेशा याद रखो। इसलिए जीवन जे सचमुच असीं अपने अंदरली परम शक्ति नूं जानना है तो वाकई गुरु की जरूरत है सानू, जिहड़ा विधि दिंदा है, युक्ति दिंदा है, साडे मन की शक्ति नूं इन्ना वधा दिंदा है कि मन की शक्ति इन्नी वध जाती है कि असीं परमात्मा तक पहुंच जाते, उसदी रेंज च पहुंच जाते हैं। जिद्दां असीं कई बार दसीदा है मोबाइल ते भी गल उदों हुंदी जदों मोबाइल रेंज विच होवे। जे रेंज ना होवे तां कनैक्शन कटिया होवे तां गल कदी हुंदी है? दसो। जिद्दां असीं कई बार दस्सिआ ना, तुसीं बेसमेंट च चले जाओ, ਜਿਹੜਾ ਥੱਲੇ ਜ਼ਮੀਨ 'ਚ ਕੋਈ ਕਮਰਾ ਬਣਿਆ, ਕੋਈ ਪਾਰਕਿੰਗ ਬਣੀ ਹੈ, ਤੁਸੀਂ ਉੱਥੇ ਜਾ ਕੇ ਖੜ ਜਾਓ, ਉੱਥੇ ਗੱਲ ਹੀ ਨਹੀਂ ਹੁੰਦੀ ਸਾਫ਼, ਤਾਂ ਤੁਸੀਂ ਕੀ ਕਹਿੰਦੇ ਹੋ? ਭਾਈ ਇੱਥੇ ਰੇਂਜ ਹੈ ਨਹੀਂ, ਮੈਂ ਰੇਂਜ ਵਿੱਚ ਆ ਕੇ ਗੱਲ ਕਰੂੰ। ਇੱਥੇ ਸਿਗਨਲ ਹੈ ਨਹੀਂ, ਜਿੱਥੇ ਮੋਬਾਈਲ ਦਾ ਸਿਗਨਲ ਆ ਗਿਆ ਉੱਥੇ ਗੱਲ ਕਰੂੰ। ਤਾਂ ਹੁਣ ਜਰਾ ਗੌਰ ਕਰਨਾ, ਇਹੀ ਗੱਲ ਅਸੀਂ ਤੁਹਾਨੂੰ ਕਹਿਣੀ ਚਾਹਾਂਗੇ ਕਿ ਇਨਸਾਨ ਦੀ ਵੀ ਪਰਮਾਤਮਾ ਨਾਲ ਗੱਲ ਕਿਉਂ ਨਹੀਂ ਹੁੰਦੀ? ਕਿਉਂਕਿ ਇਨਸਾਨ ਵੀ ਬੇਸਮੈਂਟ 'ਚ ਵੜਿਆ ਹੈ, ਪਰਮਾਤਮਾ ਦੇ ਸਿਗਨਲ ਤੱਕ ਪਹੁੰਚ ਹੀ ਨਹੀਂ ਪਾਉਂਦਾ। ਹੁਣ ਸੰਤ ਸਾਨੂੰ ਬੇਸਮੈਂਟ ਚੋਂ ਕੱਢ ਕੇ, ਯਾਨੀ ਸਾਡੀ ਸੁਰਤੀ ਨੂੰ ਬੁਰਾਈਆਂ ਚੋਂ ਕੱਢ ਕੇ, ਸਾਡੀ ਮਤ ਨੂੰ ਥੱਲੇੋਂ ਚੱਕ ਕੇ ਉੱਚੀ ਜਗ੍ਹਾ ਲੈ ਕੇ ਜਾਂਦੇ ਹੈ। ਤਾਂ ਹੀ ਤਾਂ ਕਹਿੰਦੇ ਮਤ ਨੂੰ ਉੱਚਾ ਕਰ। ਬੋਲੋ ਸਮਝਦੇ ਹੋ ਕਿ ਨਹੀਂ? ਇਸ ਲਈ ਇੱਕ ਗੱਲ ਤੁਹਾਨੂੰ ਕਹਾਂਗੇ, ਆਪਣੇ ਸ਼ਬਦਾਂ ਨੂੰ ਨਹੀਂ, ਆਪਣੀ ਸਮਝ ਨੂੰ ਉੱਚੀ ਕਰੋ। ਕਿਉਂਕਿ ਸ਼ਬਦ ਉੱਚੇ ਕਰਾਂਗੇ ਤਾਂ ਦੁਨੀਆ ਸੁਣੇਗੀ, ਪਰ ਸਮਝ ਉੱਚੀ ਕਰਾਂਗੇ ਤਾਂ ਪਰਮਾਤਮਾ ਸੁਣੇਗਾ। ਇਸ ਲਈ ਜੇ ਪਰਮਾਤਮਾ ਨੂੰ ਸੁਣਨਾ ਹੈ ਜਾਂ ਪਰਮਾਤਮਾ ਨੂੰ ਸੁਣਾਣੀ ਹੈ ਤਾਂ ਅਸੀਂ ਉੱਚੀ ਬੋਲ ਕੇ ਨਹੀਂ, ਅਸੀਂ ਆਪਣੀ ਸਮਝ ਨੂੰ ਉੱਚਾ ਸੋਚ ਕੇ ਹੀ ਪਰਮਾਤਮਾ ਨੂੰ ਸੁਣਾ ਸਕਦੇ ਜਾਂ ਪਰਮਾਤਮਾ ਦੀ ਸੁਣ ਸਕਦੇ ਹਾਂ, ਜਿਨ੍ਹਾਂ ਦੀ ਸੋਚ ਉੱਚੀ ਹੋਵੇ। ਥੋੜਾ ਜਿਹਾ ਵਿਚਾਰ ਕਰੋ, ਤੁਹਾਡੀ ਸੋਚ ਉੱਚੀ ਹੈ ਜਾਂ ਨੀਵੀਂ? ਸੋਚੋ ਜ਼ਰਾ ਔਰ ਜਵਾਬ ਦਿਓ ਸਾਨੂੰ, ਉੱਚੀ ਹੈ ਜਾਂ ਨੀਵੀਂ? ਜੇ ਵਾਕਈ ਤੁਹਾਡੀ ਸੋਚ ਉੱਚੀ ਹੈ ਤਾਂ ਉੱਚੀ ਸੋਚ ਦਾ ਮਤਲਬ ਹੁੰਦਾ ਅੱਜ ਤੋਂ ਮੈਂ ਕਿਸੇ ਨਾਲ ਨਫ਼ਰਤ, ਹੁਣ ਮੈਂ ਰੇਂਜ ਵਿੱਚ ਆ ਗਿਆ, ਪਰਮਾਤਮਾ ਦੀ ਰੇਂਜ ਵਿੱਚ। ਸਮਝ ਲਓ, ਪਰਮਾਤਮਾ ਦੀ ਰੇਂਜ ਵਿੱਚ ਜਾਣਾ ਹੈ ਤਾਂ ਉਹ ਉਚਾਈ ਤੇ ਪਹੁੰਚਣਾ ਹੀ ਪੈਣਾ ਜਿੱਥੇ ਉਹ ਸਿਗਨਲ ਕਲੀਅਰ ਹੋ ਜਾਵੇ। ਜਿਹਦਾ ਬੰਦਾ ਕਹਿੰਦਾ ਹੁਣ ਆ ਗਈ ਰੇਂਜ, ਹੁਣ ਗੱਲ ਸਾਫ਼ ਹੁੰਦੀ ਹੈ। ਪਰਮਾਤਮਾ ਦੀ ਰੇਂਜ 'ਚ ਆ ਜਾਓ ਤਾਂ ਕਿ ਗੱਲ ਸਾਫ਼-ਸਾਫ਼ ਤੁਹਾਡੀ ਪਰਮਾਤਮਾ ਨਾਲ ਹੋਵੇ ਤਾਂ ਪਰਮਾਤਮਾ ਦੀ ਤੁਹਾਡੇ ਨਾਲ ਹੋਵੇ। ਸਾਫ਼ ਸਿਗਨਲ 'ਚ ਆ ਜਾਓ ਜਿੱਥੇ ਉਹਦਾ ਸਿਗਨਲ ਪੂਰੀ ਤਰ੍ਹਾਂ ਫੁੱਲ ਹੋਵੇ। ਇਸ ਲਈ ਉੱਚੀ ਸੋਚ ਦਾ ਮਤਲਬ ਹੈ, ਉੱਚੇ ਸਿਗਨਲ ਦਾ ਮਤਲਬ ਹੈ ਕਿ ਹੁਣ ਮੈਂ ਕਿਸੇ ਨਾਲ ਨਫ਼ਰਤ ਨਹੀਂ ਕਰਨੀ। ਹੁਣ ਮੈਂ ਬੇਸਮੈਂਟ 'ਚੋਂ ਨਿਕਲ ਆਇਆ ਬਾਹਰ। ਪਹਿਲਾਂ ਬਹੁਤ ਬੇਸਮੈਂਟ 'ਚ ਬੈਠਾ ਰਿਹਾ, ਪਰਮਾਤਮਾ ਤੋਂ ਦੂਰ ਬੈਠਾ ਰਿਹਾ, ਪਾਪਾਂ ਦੀ ਬੁਰਾਈਆਂ ਦੀ ਉਹ ਕੋਠਰੀ 'ਚ ਬੜਾ ਬੰਦ ਹੋ ਕੇ ਬੈਠਾ ਰਿਹਾ। ਹੁਣ ਮੈਂ ਕੋਠਰੀ ਤੋਂ ਬਾਹਰ ਆ ਰਿਹਾ। ਸਮਝਦੇ ਹੋ ਕਿ ਨਹੀਂ? ਇਸ ਲਈ ਹੁਣ ਮੈਂ ਕਿਸੇ ਨਾਲ ਨਫ਼ਰਤ ਨਹੀਂ ਕਰਨੀ, ਮੈਂ ਸਭ ਨਾਲ ਪ੍ਰੇਮ ਕਰਨਾ ਹੈ। ਇਸ ਲਈ ਕਹਿ ਦਿਓ ਮੈਨੂੰ ਸਭ ਨਾਲ ਪਿਆਰ ਹੈ, ਮੈਨੂੰ ਸਭ ਨਾਲ, ਮੈਨੂੰ ਸਭ ਨਾਲ, ਮੈਨੂੰ ਸਾਰੇ ਸੰਸਾਰ ਨਾਲ, ਮੈਨੂੰ ਸੰਸਾਰ ਨੂੰ ਬਣਾਉਣ ਵਾਲੇ ਉਸ ਮਾਲਿਕ ਨਾਲ। ਤਾਂ ਹੁਣ ਜ਼ਰਾ ਸੋਚੋ, ਸੰਸਾਰ ਨੂੰ ਬਣਾਉਣ ਵਾਲੇ ਮਾਲਿਕ ਨਾਲ ਪਿਆਰ ਹੈ ਤਾਂ ਹੁਣ ਉਹਨੇ ਹੀ ਬਣਾਇਆ ਹੈ ਸੰਸਾਰ, ਇਸ ਲਈ ਮੈਨੂੰ ਸੰਸਾਰ ਨਾਲ ਪਿਆਰ ਹੈ ਔਰ ਸੰਸਾਰ 'ਚ ਰਹਿਣ ਵਾਲੇ ਸਾਰੇ ਪ੍ਰਾਣੀਆਂ ਨਾਲ ਮੈਨੂੰ ਪਿਆਰ ਹੈ। ਹੁਣ ਆ ਗਈ ਤੁਹਾਡੀ ਸੋਚ ਪਰਮਾਤਮਾ ਦੇ ਲੈਵਲ 'ਚ। ਜੇ ਇਹ ਸੋਚ ਤੇ ਤੁਸੀਂ ਕਾਇਮ ਰਹੋਗੇ ਤਾਂ ਫਿਰ ਤੁਹਾਨੂੰ ਰੱਬ ਦਾ ਸਿਗਨਲ ਜਲਦੀ ਮਿਲੇਗਾ, ਫਿਰ ਰੱਬ ਦੀ ਆਵਾਜ਼ ਜਲਦੀ ਸੁਣੋਗੇ। ਜਿੱਦਾਂ ਪਹਿਲਾਂ ਦੱਸਿਆ ਸੀ, ਜੇ ਪਰਮਾਤਮਾ ਕਿਸੇ ਨਾਲ ਫਰਕ ਨਹੀਂ ਕਰਦਾ, ਕਿਸੇ ਨਾਲ ਨਫ਼ਰਤ ਨਹੀਂ ਕਰਦਾ, ਤਾਂ ਅੱਜ ਤੋਂ ਮੈਂ ਵੀ ਕਿਸੇ ਨਾਲ ਨਫ਼ਰਤ ਨਹੀਂ ਕਰਨੀ। ਸਮਝਦੇ ਹੋ ਕਿ ਨਹੀਂ? ਜੇ ਪਰਮਾਤਮਾ ਕਿਸੇ ਨੂੰ ਬੁਰਾ ਨਹੀਂ ਬੋਲਦਾ, ਕਿਸੇ ਦੀ ਨਿੰਦਿਆ ਨਹੀਂ ਕਰਦਾ, ਤਾਂ ਅੱਜ ਤੋਂ ਮੈਂ ਵੀ ਕਿਸੇ ਨੂੰ ਬੁਰਾ ਨਹੀਂ ਬੋਲਣਾ, ਕਿਸੇ ਦੀ ਨਿੰਦਿਆ ਨਹੀਂ ਕਰਦਾ। ਕਿਉਂਕਿ ਉਹਦੇ ਰੇਂਜ 'ਚ ਆਉਣ ਵਾਸਤੇ ਫਿਰ ਉਹਦੇ ਵਰਗੇ ਬਣਨਾ ਤਾਂ ਪੈਣਾ ਹੀ ਹੈ। ਸਮਝਦੇ ਹੋ ਕਿ ਨਹੀਂ? ਜੇ ਪ੍ਰਭੂ ਵਰਗੇ ਬਣਾਂਗੇ ਤਾਂ ਫੇਰ ਹੀ ਉਹਦੇ ਨਾਲ ਜੁੜਾਂਗੇ। ਜੇ ਉਹਦੇ ਵਾਲੇ ਗੁਣ ਹੀ ਸਾਡੇ ਅੰਦਰ ਨਾ ਹੋਏ ਤਾਂ ਕਦੀ ਉਹਦੇ ਨਾਲ ਸਾਡਾ ਕਨੈਕਸ਼ਨ ਵੀ ਨਹੀਂ ਜੁੜੇਗਾ, ਯਾਨੀ ਕਦੀ ਉਹਦੇ ਤੱਕ ਪਹੁੰਚਾਂਗੇ ਵੀ ਨਹੀਂ। ਕਿਉਂਕਿ ਹਮੇਸ਼ਾ ਜਿੱਥੇ ਤੱਕ ਬੰਦੇ ਨੇ ਪਹੁੰਚਣਾ ਹੋਵੇ ਨਾ, ਉੱਦਾਂ ਦੇ ਗੁਣ ਪੈਦਾ ਕਰਕੇ ਹੀ ਬੰਦਾ ਪਹੁੰਚ ਸਕਦਾ ਹੈ। ਸਮਝਦੇ ਹੋ ਕਿ ਨਹੀਂ? ਜੇ ਬੰਦਾ ਅੱਜ ਕਿਸੇ ਡਾਕਟਰ ਨੂੰ ਦੇਖਦਾ ਹੈ, ਆ ਜਿਹੜੀ ਕੁਰਸੀ ਤੇ ਅੱਜ ਇਹ ਡਾਕਟਰ ਬੈਠਾ, ਉੱਥੇ ਕਦੀ ਮੈਂ ਵੀ ਬੈਠਾ, ਤਾਂ ਫਿਰ ਉਹਨੂੰ ਕੀ ਕਰਨਾ ਪਏਗਾ? ਉਹ ਸਾਰੀਆਂ ਚੀਜ਼ਾਂ ਸਿੱਖਣੀਆਂ ਪੈਣਗੀਆਂ ਜੋ ਉਹਨਾਂ ਸਿੱਖੀਆਂ। ਸਮਝਦੇ ਹੋ ਕਿ ਨਹੀਂ? ਜੇ ਇੱਕ ਡਰਾਈਵਰ ਗੱਡੀ ਚਲਾਉਂਦਾ ਹੈ
ਤਾਂ ਕੋਈ ਦੂਜਾ ਬੰਦਾ ਜਿਹਨੂੰ ਗੱਡੀ ਨਹੀਂ ਚਲਾਣੀ ਆਉਂਦੀ ਉਹ ਕਹਿੰਦਾ ਕਦੀ ਮੈਂ ਵੀ ਗੱਡੀ ਦੀ ਸੀਟ ਤੇ ਬੈਠੂੰਗਾ, ਮੈਂ ਵੀ ਡਰਾਈਵਿੰਗ ਸੀਟ ਤੇ ਬੈਠੂੰਗਾ। ਤਾਂ ਹੁਣ ਉਹਨੂੰ ਕੀ ਕਰਨਾ ਪੈਣਾ ਹੈ? ਜੇ ਡਰਾਈਵਰ ਨੇ ਗੱਡੀ ਸਿੱਖੀ ਹੈ ਤਾਂ ਮੈਨੂੰ ਵੀ ਸਿੱਖਣੀ ਪੈਣੀ ਹੈ, ਕਿਉਂਕਿ ਉਹਦੇ ਵਾਲੇ ਗੁਣ ਮੇਰੇ ਅੰਦਰ ਆਣਗੇ ਤਾਂ ਹੀ ਉਹਦੀ ਸੀਟ ਤੇ ਬੈਠੂ। ਸਮਝ ਆ ਰਹੀ ਕਿ ਨਹੀਂ? ਇਸ ਲਈ ਪ੍ਰਮਾਤਮਾ ਦੇ ਘਰ 'ਚ ਵੀ ਸੀਟਾਂ ਖਾਲੀ ਹੈ। ਜਰਾ ਗੌਰ ਕਰਨਾ। ਸਾਨੂੰ ਬੜੀ ਹੈਰਾਨੀ ਹੁੰਦੀ ਹੈ ਜਦੋਂ ਸਾਡੇ ਕੋਲ ਕਈ ਬੇਨਤੀਆਂ ਆਉਂਦੀਆਂ ਹੈ, ਮਾਲਕੋ ਕਿਰਪਾ ਕਰੋ ਸਾਨੂੰ ਆਹ ਪਾਰਟੀ ਦੀ ਸੀਟ ਮਿਲ ਜਾਵੇ, ਸਾਨੂੰ ਉਹ ਪਾਰਟੀ ਦੀ ਸੀਟ ਮਿਲ ਜਾਵੇ। ਕਿਉਂਕਿ ਜਦੋਂ ਇਲੈਕਸ਼ਨ ਹੁੰਦੇ ਆ ਨਾ ਤਾਂ ਸੀਟਾਂ ਮੰਗਦੇ ਆ ਕਿ ਨਹੀਂ? ਕੋਈ ਕਹਿੰਦਾ ਮੈਨੂੰ ਕਾਂਗਰਸ ਦੀ ਸੀਟ ਮਿਲ ਜਾਵੇ, ਕੋਈ ਕਹਿੰਦਾ ਮੈਨੂੰ ਬੀਜੇਪੀ ਦੀ ਮਿਲ ਜਾਵੇ, ਕੋਈ ਕਹਿੰਦਾ ਆਪ ਪਾਰਟੀ ਦੀ ਮਿਲ ਜਾਵੇ, ਕੋਈ ਕਹਿੰਦਾ ਬੀਐਸਪੀ ਦੀ ਮਿਲ ਜਾਵੇ। ਯਾਨੀ ਬੰਦੇ ਦੀ ਆਪਣੀ ਆਪਣੀ ਹੁੰਦੀ ਹੈ ਕਿ ਜਿੱਦਾਂ ਦੀ ਉਹਦੇ ਮਨ 'ਚ ਹੁੰਦੀ ਭਾਵਨਾ ਉਦਾਂ ਦੀ ਸੀਟ ਮੰਗਦਾ ਹੈ ਕਿ ਮੈਂ ਆਹ ਪਾਰਟੀ ਦਾ ਮੈਂਬਰ ਹਾਂ, ਮੈਨੂੰ ਇਹਦੀ ਸੀਟ ਮਿਲ ਜਾਵੇ। ਹੁਣ ਸਾਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਜਿੰਨੀਆਂ ਅਸੀਂ ਕੋਸ਼ਿਸ਼ਾਂ ਕਰਦੇ ਹਾਂ ਪਾਰਟੀ ਦੀਆਂ ਸੀਟਾਂ ਲੈਣ ਨੂੰ, ਕਾਸ਼ ਕੋਸ਼ਿਸ਼ ਕੀਤੀ ਹੁੰਦੀ ਆਪਣੇ ਮਾਲਕ ਦੀ ਸੀਟ ਲੈਣ ਨੂੰ, ਕਿ ਮਾਲਕ ਦੇ ਘਰ 'ਚ ਵੀ ਉਹਦੇ ਪਿਆਰਿਆਂ ਦੀਆਂ ਸੀਟਾਂ ਖਾਲੀ ਹੈ। ਉਹ ਮਾਲਕ ਵੀ ਕਹਿੰਦਾ ਦੁਨੀਆ ਦੀਆਂ ਪਾਰਟੀ ਦੀਆਂ ਸੀਟਾਂ ਦੇ ਪਿੱਛੇ ਪਏ ਹੋ, ਇਹ ਕੰਮ ਨਹੀਂ ਆਣੀਆਂ। ਉਹ ਮੇਰੇ ਪਿਆਰੇ ਦੀ ਸੀਟ ਤੇ ਬੈਠੋ, ਆ ਕੇ ਮੇਰੇ ਪਿਆਰੇ ਦੀ ਸੀਟ ਤੇ ਬੈਠੋ, ਕਿਉਂਕਿ ਕਦੋਂ ਦਾ ਮੈਂ ਇੰਤਜ਼ਾਰ ਕਰ ਰਿਹਾ ਕੋਈ ਮੇਰਾ ਪਿਆਰਾ ਆਵੇ ਆਹ ਸੀਟ ਤੇ ਬੈਠੇ, ਕਿਉਂਕਿ ਆਪਣੇ ਪਿਆਰੇ ਵਾਸਤੇ ਰੱਖੀ ਹੈ। ਕਦੀ ਉਹ ਵੀ ਬੇਨਤੀ ਕਰ ਲਿਆ ਕਰੋ, ਉਹਦੀ ਸੀਟ ਮਿਲ ਜਾਵੇ, ਉਹਦੀ ਸੀਟ ਮਿਲ ਜਾਵੇ ਤਾਂ ਬਹੁਤ ਕਹਿੰਦੇ ਆ, ਪਰ ਕਦੀ ਇਹ ਵੀ ਕਿਹਾ ਕਰੋ ਪ੍ਰਭੂ ਐ ਮੇਰੇ ਮਾਲਿਕ ਕਿਰਪਾ ਕਰ, ਐ ਮੇਰੇ ਪ੍ਰਮਾਤਮਾ ਮਿਹਰ ਕਰ, ਜਾਂ ਐ ਮੇਰੇ ਸਤਿਗੁਰ, ਐ ਮੇਰੇ ਪੀਰੋ ਮੁਰਸ਼ਿਦ ਮਿਹਰ ਕਰ, ਤਾਂ ਕਿ ਮੈਂ ਪਿਆਰੇ ਦੀ ਸੀਟ ਤੇ ਬਹਿ ਸਕਾਂ। ਕਿਉਂਕਿ ਪ੍ਰੇਮੀ ਦੀ ਸੀਟ ਤੇ ਬਹਿ ਗਏ ਤਾਂ ਹੁਣ ਇੱਕ ਗੱਲ ਦਾ ਜਵਾਬ ਦੇਣਾ ਸਾਨੂੰ, ਦੁਨੀਆ ਤੇ ਕਿੰਨੇ ਐਮਐਲਏ ਹੋਏ, ਕਿੰਨੇ ਮੰਤਰੀ ਹੋਏ, ਕਿੰਨੇ ਪ੍ਰਧਾਨ ਮੰਤਰੀ ਹੋਏ, ਤੁਹਾਨੂੰ ਸ਼ਾਇਦ ਉਹਨਾਂ ਦਾ ਨਾਮ ਵੀ ਨਾ ਪਤਾ ਹੋਵੇ, ਪਰ ਗੁਰੂਆਂ ਰਹਿਬਰਾਂ ਦਾ ਨਾਮ ਪਤਾ ਹੈ ਜਾਂ ਨਹੀਂ? ਕੱਲਾ ਕੱਲਾ ਬੱਚਾ ਜਾਣਦਾ ਹੈ ਉਹਨਾਂ ਨੂੰ, ਬੱਚੇ ਬੱਚੇ ਨੂੰ ਜ਼ੁਬਾਨ ਤੇ ਗੁਰੂਆਂ ਰਹਿਬਰਾਂ ਦਾ ਨਾਮ ਹੈ। ਜਰਾ ਹੁਣ ਗੌਰ ਕਰਨਾ, ਆ ਜਿਹੜੇ ਪਾਰਟੀ ਦੀਆਂ ਸੀਟਾਂ ਤੇ ਬਹਿੰਦੇ ਆ ਨਾ, ਇਹਨੂੰ ਬੰਦਾ ਉਦੋਂ ਤੱਕ ਹੀ ਯਾਦ ਰੱਖਦਾ ਜਦ ਤੱਕ ਪਾਰਟੀ 'ਚ ਮੈਂਬਰ ਇਹ ਰਹਿੰਦੇ ਆ। ਜਦੋਂ ਉਹ ਪਾਰਟੀ ਗਈ ਯਾਨੀ ਉਹ ਸੀਟ ਗਈ ਤਾਂ ਬੰਦਾ ਫਿਰ ਉਹਦੇ ਘਰ ਦੇ ਚੱਕਰ ਥੋੜੀ ਲਾਉਂਦਾ ਹੈ। ਪਰ ਜਦੋਂ ਤੁਸੀਂ ਪ੍ਰਭੂ ਦੇ ਪਿਆਰਿਆਂ ਦੀ ਸੀਟ ਤੇ ਬਹਿ ਗਏ, ਪ੍ਰੇਮੀ ਦੀ ਸੀਟ ਤੇ ਬਹਿ ਗਏ, ਤਾਂ ਯਾਦ ਰੱਖੋ ਜਦ ਤੱਕ ਇਹ ਦੁਨੀਆ ਰਹੇਗੀ ਇਹ ਪੂਰਾ ਸੰਸਾਰ ਤੁਹਾਡੇ ਪਿੱਛੇ ਚੱਕਰ ਲਾਏਗਾ। ਅੱਜ ਲਾਉਂਦੇ ਆ ਕਿ ਨਹੀਂ? ਹੁਣ 27 ਤਰੀਕ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਦਾ ਪਵਿੱਤਰ ਜਨਮ ਦਿਹਾੜਾ ਆਣਾ ਹੈ, ਆਣਾ ਹੈ ਕਿ ਨਹੀਂ? ਅਸੀਂ ਪ੍ਰਭਾਤ ਫੇਰੀਏ ਚੱਕਰ ਲਾਣੇ ਆ ਕਿ ਨਹੀਂ? ਸ਼ੋਭਾ ਯਾਤਰਾ ਚੱਕਰ ਲਾਣੇ ਆ ਕਿ ਨਹੀਂ? ਇਹ ਕਿਹਦੇ ਪਿੱਛੇ ਚੱਕਰ ਲੱਗ ਰਹੇ ਹੈ? ਔਰ ਉਹ ਪ੍ਰੇਮੀਆਂ ਦੇ ਪਿੱਛੇ ਜਿਨ੍ਹਾਂ ਨੇ ਉਹ ਰੱਬ ਦੇ ਪਿਆਰਿਆਂ ਦੀ ਸੀਟ ਜਿੱਥੇ ਪ੍ਰਭੂ ਨੇ ਉਹਨਾਂ ਨੂੰ ਬਿਠਾਇਆ, ਉਹ ਪ੍ਰੇਮੀਆਂ ਦੀ ਸੀਟ, ਉਹ ਸਤਿਗੁਰ ਦੀ ਸੀਟ, ਹੁਣ ਉਹ ਸੀਟ ਪ੍ਰਭੂ ਦੇ ਪਿਆਰਿਆਂ ਦੀ ਸੀਟ ਜਿਹੜੀ ਖਾਲੀ ਹੈ ਨਾ, ਜਦੋਂ ਉੱਥੇ ਕੋਈ ਪਹੁੰਚ ਜਾਂਦਾ ਹੈ ਤਾਂ ਪੂਰੀ ਦੁਨੀਆ ਰਹਿੰਦੀ ਦੁਨੀਆ ਤੱਕ ਚੱਕਰ ਲਾਉਂਦੀ ਹੈ ਮਗਰ ਮਗਰ। ਜਰਾ ਸਮਝਣਾ ਇਸ ਨੂੰ। ਤਾਂ ਹੀ ਤਾਂ ਕਹਿੰਦੇ ਨਾ, ਬੈਠਾ ਹੋਵੇ ਜੇ ਸ਼ਾਹ ਇਨਾਇਤ ਅੱਗੇ, ਬੁੱਲਾ ਕਰਕੇ ਹਾਰ ਸ਼ਿੰਗਾਰ ਨੱਚੇ, ਅਰਸ਼ੋਂ ਰੱਬ ਵੀ ਪਿਆ ਦੇਖਦਾ ਏ ਜਦੋਂ ਸਾਹਮਣੇ ਯਾਰ ਦੇ ਯਾਰ ਨੱਚੇ। ਇੱਕ ਅੱਗੇ ਬੁੱਲੇ ਸ਼ਾਹ ਨੱਚਿਆ ਸੀ, ਅੱਗੇ ਬੁੱਲੇ ਦੇ ਕਈ ਹਜ਼ਾਰ ਨੱਚੇ। ਕਹਿੰਦੇ ਬੁੱਲਾ ਤਾਂ ਆਪਣੇ ਮੁਰਸ਼ਿਦ ਅੱਗੇ ਨੱਚਿਆ ਸੀ, ਤਾਂ ਮੁਰਸ਼ਿਦ ਅੱਗੇ ਨੱਚ ਕੇ ਹੀ ਉਹ ਪ੍ਰੇਮੀ ਦੀ ਸੀਟ ਤੇ ਬਹਿ ਗਿਆ। ਫਿਰ ਉਹਦੇ ਦਰ ਤੇ ਅੱਜ ਵੀ ਦੁਨੀਆ ਨੱਚ ਰਹੀ ਹੈ, ਹਜ਼ਾਰਾਂ ਕੀ ਲੱਖਾਂ ਹੀ ਲੋਕ ਅੱਜ ਵੀ ਨੱਚ ਰਹੇ ਆ ਉੱਥੇ। ਇਹ ਨਾਚ ਕਦੋਂ ਹੁੰਦੇ ਆ? ਜਦੋਂ ਅਸੀਂ ਪ੍ਰੇਮੀਆਂ ਦੀ ਸੀਟ ਤੇ ਪਹੁੰਚਦੇ ਆ। ਇਸ ਲਈ ਭਗਵਾਨ ਵੀ ਕਹਿੰਦਾ ਹੈ, ਉਹ ਮਾਲਿਕ ਵੀ ਕਹਿੰਦਾ, ਉਹ ਭਾਈ ਕਿਹੜੀਆਂ ਸੀਟਾਂ ਲੱਭੀ ਜਾਂਦਾ, ਕਿਹੜੀਆਂ ਕੁਰਸੀਆਂ ਲੱਭੀ ਜਾਂਦਾ ਹੈ? ਸਭ ਤੋਂ ਬੜੀ ਕੁਰਸੀ ਹੈ ਮੇਰੇ ਪਿਆਰੇ ਦੀ ਕੁਰਸੀ। ਕੁਛ ਇਦਾਂ ਦੀ ਯੁਕਤੀ ਸਿੱਖ ਲੈ, ਕੁਛ ਇਦਾਂ ਦੀ ਵਿਧੀ ਸਿੱਖ ਲੈ ਕਿ ਮੇਰੇ ਪਿਆਰੇ ਦੀ ਕੁਰਸੀ ਤੇ ਬੈਠ। ਜੇ ਮੇਰੇ ਪਿਆਰੇ ਦੀ ਕੁਰਸੀ ਤੇ ਬੈਠੇਗਾ ਤਾਂ ਸਾਰਾ ਸੰਸਾਰ ਤੇਰਾ ਹੋ ਜਾਏਗਾ। ਕਿਉਂਕਿ ਫਰੀਦਾ ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋ ਲਵੇਂ ਸਭ ਜਗ ਤੇਰਾ। ਪਰਮਾਤਮਾ ਵੀ ਕਹਿੰਦਾ ਇੱਕ ਵਾਰ ਮੇਰਾ ਹੋ ਕੇ ਦੇਖ, ਪੂਰੀ ਦੁਨੀਆ ਤੇਰੀ ਕਰ ਦੂੰ ਮੈਂ। ਔਰ ਉਹ ਸਮਝਦੇ ਹੋ ਕਿ ਨਹੀਂ? ਇਸ ਲਈ ਇਹ ਹੁਣ ਤੁਸੀਂ ਜੇ ਸਮਝਦਾਰ ਹੋ ਤਾਂ ਅੱਜ ਤੋਂ ਇਹ ਕੋਸ਼ਿਸ਼ ਕਰੋ ਕਿ ਕਿੱਦਾਂ ਉਹ ਕਰਮ ਕਰ ਲਵਾਂ, ਕਿੱਦਾਂ ਮੈਂ ਉਹ ਕਰਨੀ ਕਰ ਲਵਾਂ, ਕਿੱਦਾਂ ਮੈਂ ਆਪਣੀ ਸੋਚ ਨੂੰ ਐਸਾ ਬਣਾ ਲਵਾਂ, ਕਿੱਦਾਂ ਮੈਂ ਆਪਣੇ ਕਰਮਾਂ ਨੂੰ ਐਸਾ ਬਣਾ ਲਵਾਂ, ਕਿੱਦਾਂ ਮੈਂ ਆਪਣੇ ਜੀਵਨ ਨੂੰ ਐਸਾ ਬਣਾ ਲਵਾਂ ਕਿ ਮੈਂ ਪ੍ਰਭੂ ਦੇ ਪਿਆਰਿਆਂ ਦੀ ਸੀਟ ਤੇ ਕੁਰਸੀ ਤੇ ਬੈਠ ਸਕਾਂ, ਤਾਂ ਕਿ ਪ੍ਰਮਾਤਮਾ ਵੀ ਕਵੇ ਇਹ ਹੈ ਮੇਰਾ ਪਿਆਰਾ। ਕਿਉਂਕਿ ਹੋ ਸਕਦਾ ਹੈ ਸਾਡੀ ਬੋਲਬਾਣੀ, ਸਾਡੇ ਕਰਮ, ਸਾਡੀ ਕਰਨੀ, ਸਾਡੇ ਅੰਤਰ ਦੀਆਂ ਭਾਵਨਾਵਾਂ ਅਗਰ ਇਹ ਪ੍ਰਭੂ ਦੇ ਪਿਆਰਿਆਂ ਵਾਲੀਆਂ ਹੋਣਗੀਆਂ ਤਾਂ ਫੇਰ ਹੀ ਪਿਆਰਿਆਂ ਵਾਲੀ ਸੀਟ ਸਾਨੂੰ ਮਿਲਣੀ ਹੈ। ਤਾਂ ਜੇ ਹੁਣ ਕਹੀ ਜਾਈਏ ਮੈਂ ਪ੍ਰਭੂ ਦੀ ਸੀਟ ਤੇ ਪਹੁੰਚਣਾ, ਪਿਆਰੇ ਦੀ ਸੀਟ ਤੇ ਪਹੁੰਚਣਾ ਹੈ, ਪਰ ਦੂਜੇ ਪਾਸੇ ਹਟੋ ਪਿੱਛੇ ਨੂੰ, ਕਿੱਥੇ ਖੜਾ ਮੇਰੇ ਕੋਲ, ਪਿੱਛੇ ਹੋ ਜਾ, ਨੀਵੀਂ ਜਾਤ ਦਾ ਬੰਦਾ ਪਿੱਛੇ ਹੋ, ਗਰੀਬ ਬੰਦੇ ਮੇਰੇ ਲਾਗੇ ਨਹੀਂ ਖੜ ਸਕਦੇ। ਜੇ ਇਦਾਂ ਫਰਕ ਲੈ ਕੇ ਬੈਠੇ ਆ ਜਾਤਾਂ ਪਾਤਾਂ ਦਾ, ਅਮੀਰੀ ਗਰੀਬੀ ਦਾ, ਜਾਂ ਕਿਸੇ ਨੂੰ ਨਿੰਦਦੇ ਆ, ਕਿਸੇ ਨੂੰ ਬੁਰਾ ਬੋਲਦੇ ਆ,
ਤਾਂ ਫੇਰ ਇਹਦਾ ਮਤਲਬ ਹੈ ਸਿਰਫ ਜਵਾਨੋਂ ਕਹਿਣ ਨਾਲ ਹੀ ਸਾਨੂੰ ਪ੍ਰਮਾਤਮਾ ਦੇ ਘਰ ਦੀ ਉਹ ਪ੍ਰੇਮੀਆਂ ਵਾਲੀ ਕੁਰਸੀ ਨਹੀਂ ਮਿਲਣੀ। ਸਮਝਦੇ ਹੋ? ਕਰਕੇ ਦਿਖਾਣਾ ਪਏਗਾ। ਬੋਲੋ ਸਮਝਦੇ ਹੋ ਕਿ ਨਹੀਂ? ਕਰਕੇ ਦਿਖਾਣਾ ਪਏਗਾ। ਇਸੇ ਲਈ ਤਾਂ ਅਸੀਂ ਚਾਹੁੰਦੇ ਹਾਂ ਕਿ ਅੱਜ ਇਨਸਾਨ ਐਸਾ ਹੋਵੇ ਨਾ, ਐਸਾ ਹੋਵੇ ਕਿ ਆਪਣੀ ਕਰਨੀ ਤੋਂ ਇੰਨਾ ਅੱਛਾ ਬਣੇ ਕਿ ਉਹਨੂੰ ਕਿਸੇ ਕੋਲੋਂ ਕੁਝ ਮੰਗਣ ਦੀ ਜ਼ਰੂਰਤ ਹੀ ਨਾ ਪਵੇ। ਦੁਨੀਆ ਆਪ ਉਹਦੇ ਕੋਲ ਆ ਕੇ ਖੜ ਜਾਵੇ ਵੀ ਤੂੰ ਇੰਨਾ ਅੱਛਾ ਹੈ, ਦੱਸ ਤੈਨੂੰ ਕੀ ਚਾਹੀਦਾ। ਬੋਲੋ ਸਮਝਦੇ ਹੋ ਕਿ? ਇਸ ਲਈ ਸਮਝੋ, ਕਿਉਂਕਿ ਜਦੋਂ ਇਨਸਾਨ ਅੱਛਾ ਕਰਦਾ ਹੈ ਤਾਂ ਪ੍ਰਮਾਤਮਾ ਉਹਦੇ ਨਾਲ ਖੜ ਜਾਂਦਾ ਹੈ, ਉਹਦੇ ਅੰਦਰ ਖੜ ਜਾਂਦਾ ਹੈ। ਤਾਂ ਜਿੱਥੇ ਪ੍ਰਮਾਤਮਾ ਖੜ ਜਾਵੇ, ਦਾਤਾ ਖੜ ਜਾਵੇ, ਉੱਥੇ ਦਾਤਾਂ ਦੀ ਤਾਂ ਕਦੀ ਕਮੀ ਆਂਦੀ ਨਹੀਂ। ਇਸ ਲਈ ਕਹਿ ਦਿਓ ਕਿ ਅੱਜ ਤੋਂ ਮੈਂ ਅੱਛੀ ਕਰਨੀ ਹੈ। ਕਿਹੜੀ ਕਰਨੀ? ਉਹ ਆਪਣੇ ਮਾਲਿਕ ਦੇ ਪਿਆਰਿਆਂ ਵਾਲੀ ਕਰਨੀ। ਕਿਹੜੀ ਕਰਨੀ? ਪਿਆਰਿਆਂ ਵਾਲੀ ਕਰਨੀ। ਅੱਜ ਤੋਂ ਮੈਂ ਅੱਛਾ ਬੋਲਣਾ ਹੈ, ਅੱਜ ਤੋਂ ਮੈਂ ਅੱਛਾ ਸੋਚਣਾ ਹੈ, ਅੱਜ ਤੋਂ ਮੈਂ ਅੱਛਾ ਕਰਨਾ ਹੈ, ਮੈਂ ਅੱਛਾ ਬੋਲਣਾ ਹੈ, ਮੈਂ ਅੱਛਾ ਸੋਚਣਾ ਹੈ, ਮੈਂ ਅੱਛਾ ਕਰਮ ਕਰਨਾ ਹੈ। ਮੈਂ ਆਪਣੀ ਸੋਚ ਦੀਆਂ ਸਾਰੀਆਂ ਸੀਮਾਵਾਂ ਤੋੜਨੀਆਂ ਹੈ ਤਾਂ ਕਿ ਮੇਰੀ ਮਤ ਵੀ ਪ੍ਰਮਾਤਮਾ ਦੀ ਮਤ ਨਾਲ ਮਿਲ ਕੇ ਇੱਕ ਹੋ ਸਕੇ। ਸਮਝ ਆ ਗਈ ਸਾਰਿਆਂ ਨੂੰ? ਇਸ ਲਈ ਅੱਜ ਤੋਂ ਇਹ ਪ੍ਰੇਮ ਦੀਆਂ ਸੀਮਾ ਤੋੜੋ। ਬਾਕੀ ਸੱਚਾ ਪ੍ਰੇਮ ਕੀ ਹੁੰਦਾ ਹੈ ਦੱਸਣਾ ਤਾਂ ਉਹਦੇ ਬਾਰੇ ਵੀ ਅਸੀਂ ਚਾਹੁੰਦੇ ਸੀ ਕਿ ਵਾਟ ਇਜ਼ ਰੀਅਲ ਲਵ, ਅਸਲੀ ਪਿਆਰ ਕੀ ਹੈ। ਪਰ ਹੁਣ ਦੇਖ ਰਹੇ ਟਾਈਮ ਬਹੁਤ ਹੋ ਗਿਆ, ਇਸ ਲਈ ਅਗਲੀ ਵਾਰ ਅਗਲੇ ਸਤਸੰਗ, ਕਿਉਂਕਿ ਜਿਹੜਾ ਜਾਣਨਾ ਚਾਹੁੰਦਾ ਨਾ ਪ੍ਰੇਮ ਕੀ ਹੈ, ਕਈ ਵਾਰ ਇਨਸਾਨ ਕਹਿ ਦਿੰਦਾ ਮੈਂ ਜੀ ਤੁਸੀਂ ਕਹਿੰਦੇ ਮਾਲਕੋ ਪ੍ਰੇਮ ਕਰੋ, ਮੈਂ ਫਲਾਣੇ ਨਾਲ ਪ੍ਰੇਮ ਕੀਤਾ ਮੈਨੂੰ ਤਾਂ ਬੜੇ ਦੁੱਖ ਮਿਲੇ, ਮੈਂ ਫਲਾਣੇ ਨਾਲ ਪ੍ਰੇਮ ਕੀਤਾ ਮੇਰਾ ਤਾਂ ਦਿਲ ਹੀ ਟੁੱਟ ਗਿਆ, ਮੈਂ ਫਲਾਣੇ ਨਾਲ ਪ੍ਰੇਮ ਕੀਤਾ ਮੈਨੂੰ ਤਾਂ ਇੰਨੀਆਂ ਤਕਲੀਫਾਂ ਮਿਲੀਆਂ। ਜਿਹੜਾ ਬੰਦਾ ਇਦਾਂ ਕਹਿੰਦਾ ਨਾ ਪ੍ਰੇਮ 'ਚ ਦੁੱਖ ਮਿਲਿਆ, ਦਿਲ ਟੁੱਟ ਗਿਆ, ਤਕਲੀਫਾਂ ਮਿਲੀਆਂ, ਉਹਨੂੰ ਹਾਲੇ ਰੀਅਲ ਲਵ ਦਾ ਪਤਾ ਹੀ ਨਹੀਂ ਹੈ ਕਿ ਅਸਲੀ ਪ੍ਰੇਮ ਕੀ ਹੁੰਦਾ ਹੈ। ਇਸ ਲਈ ਨੈਕਸਟ ਸਤਸੰਗ ਵਿੱਚ ਮਾਲਕ ਨੇ ਚਾਹਿਆ ਤਾਂ ਸ਼ਾਇਦ ਵੀਰਵਾਰ ਨੂੰ ਹੀ ਦੱਸੀਏ, ਕਿਉਂਕਿ ਬਾਕੀ ਸਤਸੰਗ ਤਾਂ ਤੁਹਾਡੇ ਤੱਕ ਪਹੁੰਚਦੇ ਰਹਿੰਦੇ ਆ, ਕਿਉਂਕਿ ਹਰ ਰੋਜ਼ ਸਵੇਰੇ 7 ਵਜੇ YouTube ਤੇ ਸਤਸੰਗ ਦੀ ਇੱਕ ਕਿਸ਼ਤ ਚੱਲਦੀ ਹੈ। ਜਿੱਦਾਂ ਹੁਣ ਕਈ ਜੀਵਾਂ ਨੇ ਸਾਨੂੰ ਅੰਦਰ ਕਿਹਾ ਮਾਲਕੋ ਅੱਜ ਕੱਲ ਤੁਹਾਡਾ ਟੀਵੀ ਤੇ ਸਤਸੰਗ ਨਹੀਂ ਆਉਂਦਾ, ਤਾਂ ਕਰੋਨਾ ਕਰਕੇ ਜਿਹੜੇ ਟੀਵੀ ਸੈਂਟਰ ਵਾਲੇ ਉਹਨਾਂ ਨੇ ਆਪਣੇ ਸਟਾਫ ਨੂੰ ਘਟਾਇਆ ਹੋਇਆ ਹੈ, ਇਸ ਲਈ ਉੱਥੇ ਉਹ ਪ੍ਰੋਬਲਮ ਹੈ। ਪਰ ਹਰ ਰੋਜ਼ ਸਵੇਰੇ 7 ਵਜੇ YouTube ਦੇ ਉੱਪਰ ਸਰਬ ਸਾਂਝਾ ਦਰਬਾਰ ਕੰਟੀਆਂ ਲਿਖ ਕੇ ਜਦੋਂ ਤੁਸੀਂ ਸਰਚ ਕਰਦੇ ਹੋ ਤਾਂ YouTube ਉੱਪਰ ਹਰ ਰੋਜ਼ ਸਵੇਰੇ 7 ਵਜੇ ਸਤਸੰਗ ਚੱਲਦਾ ਹੈ, ਹਰ ਰੋਜ਼ ਨਵਾਂ ਸਤਸੰਗ ਹੁੰਦਾ ਹੈ। ਇਸ ਲਈ ਤੁਸੀਂ ਘਰ ਬੈਠੇ ਵੀ ਸਤਸੰਗ ਦਾ ਆਨੰਦ ਲੈ ਸਕਦੇ ਹੋ, ਉਹ ਸਤਸੰਗ ਦਾ ਆਨੰਦ ਮਾਣ ਸਕਦੇ ਹੋ। ਕਿਉਂਕਿ ਜੇ ਸਰੀਰਕ ਮਜਬੂਰੀਆਂ ਕਰਕੇ ਬੰਦਾ ਉੱਥੇ ਨਹੀਂ ਪਹੁੰਚ ਸਕਦਾ ਤਾਂ ਬੰਦਾ ਘਰ ਬਹਿ ਕੇ ਆਪਣੇ ਮੋਬਾਈਲ ਤੇ ਹੀ ਸਤਸੰਗ ਦਾ ਆਨੰਦ ਲੈ ਸਕਦਾ। ਇਸ ਲਈ ਵਾਟ ਇਜ਼ ਰੀਅਲ ਲਵ, ਅਸਲੀ ਪ੍ਰੇਮ ਕੀ ਹੈ, ਜਲਦੀ ਤੁਹਾਨੂੰ ਇਹਦੇ ਬਾਰੇ ਵੀ ਸੁਣਨ ਨੂੰ ਮਿਲੇਗਾ। ਕਿਉਂਕਿ ਅੱਜ ਹੁਣੇ ਹੀ ਦਿਮਾਗ 'ਚ ਆਇਆ, ਪਰ ਹੁਣ ਅਸੀਂ ਦੇਖ ਰਹੇ ਟਾਈਮ ਕਾਫੀ ਹੋ ਗਿਆ, ਜੇ ਹੁਣ ਦੱਸਣ ਲੱਗ ਪਏ ਤਾਂ ਫਿਰ ਰਾਤ ਦੇ 9 ਵੱਜ ਜਾਣੇ। ਔਰ ਸਾਨੂੰ ਨਹੀਂ ਲੱਗਦਾ ਇੰਨੀ ਕੈਪੈਸਿਟੀ ਹੈ ਤੁਹਾਡੇ 'ਚ ਬੈਠੇ ਰਹੋਗੇ, ਠੀਕ ਨਾ? ਭੁੱਖ ਵੀ ਲੱਗੀ ਹੈ, ਹੁਣ ਮਾਲਕੋ ਬਸ ਕਰੋ, ਰੋਟੀ ਖਾਣ ਦਾ ਟਾਈਮ ਹੋ ਗਿਆ, ਤੁਸੀਂ ਹਟਦੇ ਹੀ ਨਹੀਂ। ਸੋ ਯਾਦ ਰੱਖੋ ਇਹ ਹਟਣਾ ਵੀ ਹੈ ਨਹੀਂ। ਕਿਉਂ ਨਹੀਂ ਹਟਦੇ ਪਤਾ? ਜਦ ਤੱਕ ਤੁਸੀਂ ਸੁਧਰਨਾ ਨਹੀਂ ਅਸੀਂ ਹਟਣਾ ਨਹੀਂ। ਹੁਣੇ ਹੀ ਸੁਧਰ ਜਾਓ, ਹਟ ਜਾਂਦੇ। ਕਿਉਂਕਿ ਕਈ ਜੀ ਮਾਲਕੋ ਸਤਸੰਗ ਹੀ ਬੜਾ ਲੰਬਾ, ਸਵਾ ਘੰਟਾ 1.5 ਘੰਟਾ ਹੈਗਾ, ਤੁਸੀਂ ਸੁਧਰ ਜਾਇਆ ਕਰੋ ਨਾ, ਜਲਦੀ ਮੰਨ ਜਾਇਆ ਕਰੋ। ਜੇ ਜਲਦੀ ਮੰਨ ਲਵੋ, ਜਿੱਦਾਂ ਕਹਿੰਦੇ ਇਸ਼ਾਰੇ ਨੂੰ ਹੀ ਸਮਝ ਲਵੋ ਤਾਂ ਬੋਲਣ ਦੀ ਲੋੜ ਕੀ ਹੈ। ਤਾਂ ਜੇ ਨਹੀਂ ਸਮਝਣਾ ਤਾਂ ਫਿਰ ਸਾਨੂੰ ਉਦੋਂ ਤੱਕ ਬੋਲਣਾ ਪੈਣਾ ਜਦ ਤੱਕ ਗੱਲ ਤੁਹਾਡੇ ਦਿਲੋਂ ਦਿਮਾਗ 'ਚ ਖਾਨੇ 'ਚ ਪੈ ਨਾ ਜਾਵੇ। ਕਿਉਂਕਿ ਇਹੀ ਤਾਂ ਕਰਨ ਆਏ ਆ ਅਸੀਂ, ਸਮਝਦੇ ਹੋ ਕਿ ਨਹੀਂ? ਜਿੱਦਾਂ ਪਹਿਲੇ ਹੀ ਦੱਸਿਆ ਕਿ ਬੇਰੰਗਿਆਂ ਨੂੰ ਰੰਗਣ ਤਾਂ ਆਏ ਆ, ਕਿ ਇਨਸਾਨ ਦੇ ਜੀਵਨ 'ਚੋਂ ਖੁਸ਼ੀਆਂ ਦੇ ਰੰਗ ਭਰਨ ਆਏ ਆ, ਉਹ ਪ੍ਰੇਮ ਦੇ ਰੰਗ ਭਰਨ ਆਏ ਆ, ਇਨਸਾਨ ਦੀ ਸੋਚ ਦੀਆਂ ਸੀਮਾ ਨੂੰ ਤੋੜਨ ਆਏ ਆ ਤਾਂ ਕਿ ਇਨਸਾਨ ਦਾ ਮੇਲ ਪਰਮਾਤਮਾ ਨਾਲ ਹੋ ਸਕੇ। ਇਸ ਲਈ ਸਮਝ ਲਓ ਸਾਰੇ ਕਿ ਜਿਹੜੇ ਸਾਡੇ ਮਨ ਦੀਆਂ ਸੀਮਾਵਾਂ ਨੂੰ ਜਾਤ ਧਰਮ ਦੇ ਅੰਦਰ ਬੰਨ੍ਹ ਦੇਣ, ਇਹਦਾ ਮਤਲਬ ਹੈ ਸਾਨੂੰ ਪਰਮਾਤਮਾ ਨਾਲ ਕਦੀ ਜੋੜ ਹੀ ਨਹੀਂ ਸਕਦੇ। ਕਿਉਂਕਿ ਸੱਚੇ ਸੰਤ ਤਾਂ ਸਾਡੇ ਭੇਦਭਾਵ ਮਿਟਾਉਂਦੇ ਆ, ਸਾਡੀ ਸੋਚ ਦੀ ਸੀਮਾ ਮਿਟਾਉਂਦੇ ਆ, ਉਹ ਸਾਡੀਆਂ ਸੋਚ ਦੀਆਂ ਸੀਮਾ ਗਿਰਾਉਂਦੇ ਆ, ਉਹ ਤਾਂ ਸਾਨੂੰ ਜਾਣੂ ਕਰਵਾਉਂਦੇ ਆ ਕਿ ਸਾਰਾ ਸੰਸਾਰ ਉਸ ਮਾਲਿਕ ਨੇ ਬਣਾਇਆ ਹੈ ਤਾਂ ਉਹ ਸਭ ਨੂੰ ਪ੍ਰੇਮ ਕਰਦਾ ਹੈ। ਤੂੰ ਵੀ ਉਸ ਮਾਲਿਕ ਦਾ ਬਣਾਇਆ ਇਨਸਾਨ ਹੈ, ਤੂੰ ਵੀ ਸਭ ਨਾਲ ਪ੍ਰੇਮ ਕਰ। ਇਸ ਲਈ ਅੱਜ ਤੋਂ ਕਹਿ ਦਿਓ ਇੱਕ ਵਾਰ ਫਿਰ ਸਤਸੰਗ ਦੀ ਸਮਾਪਤੀ ਕਰੀਏ ਕਿ ਮੈਂ ਉਸ ਮਾਲਿਕ ਦਾ ਬਣਾਇਆ ਹਾਂ, ਆਪਣੇ ਪਰਮ ਪਿਤਾ ਪਰਮਾਤਮਾ ਦਾ ਬਣਾਇਆ ਹਾਂ, ਮੈਂ ਸਭ ਨਾਲ ਪ੍ਰੇਮ ਕਰਦਾ ਹਾਂ, ਮੈਂ ਸਭ ਨਾਲ। ਔਰ ਇਹ ਗੱਲ ਸਿਰਫ ਕਹਿਣੀ ਨਹੀਂ, ਮੰਨਣੀ ਵੀ ਹੈ। ਹੋਰ ਨਾ ਇੱਥੇ ਕਹੋ ਪ੍ਰੇਮ ਕਰਦਾ ਤਾਂ ਬਾਹਰ ਜਾ ਕੇ ਫਿਰ ਲੜ ਪਓ ਇੱਕ ਦੂਜੇ ਨਾਲ। ਸਮਝਦੇ ਹੋ ਕਿ ਨਹੀਂ? ਕਈ ਵਾਰ ਦੇਖਿਆ ਬੰਦਾ ਸਾਹਮਣੇ ਤਾਂ ਕਹਿ ਦਿੰਦਾ ਹੈ, ਸਿਰ ਹਿਲਾ ਦਿੰਦਾ ਹਾਂਜੀ ਹਾਂਜੀ, ਪਰ ਬਾਅਦ ਚੋਂ ਜਾ ਕੇ ਕੰਮ ਉਹੀ ਰਹਿੰਦੇ ਆ ਉਹੀ। ਫਿਰ ਪੁੱਛੋ ਸਤਸੰਗ 'ਚ ਕੀ ਕਿਹਾ ਸੀ? ਭੁੱਲ ਗਿਆ ਮੈਂ।
ਹਾਂ ਦਾਲ ਬੜੀ ਸਵਾਦ ਸੀ। ਦਾਲ ਭਾਵੇਂ 7 ਮਹੀਨਿਆਂ ਬਾਅਦ ਪੁੱਛ ਲਓ, ਪਤਾ ਲੰਗਰ ਕਿੱਦਾਂ ਦਾ ਖਾਦਾ ਸੀ, ਪਰ ਸਤਸੰਗ 'ਚ ਕੀ ਕਿਹਾ ਸੀ ਉਹ 10 ਮਿੰਟ ਬਾਅਦ ਹੀ ਬੰਦੇ ਨੂੰ ਭੁੱਲ ਜਾਂਦਾ ਹੈ। ਇਸ ਲਈ ਸਤਸੰਗ ਦੀ ਹਰ ਗੱਲ ਨੂੰ ਯਾਦ ਰੱਖਣਾ ਹੈ। ਸੋ ਜੇ ਤੁਸੀਂ ਉਹਦੀਆਂ ਰਹਿਮਤਾਂ ਚਾਹੁੰਦੇ ਹੋ, ਕਿ ਜਿੱਦਾਂ ਪਹਿਲਾਂ ਹੀ ਦੱਸਿਆ ਕਿ ਉਹ ਯੁਕਤੀਆਂ ਹੈ, ਉਹ ਵਿਧੀਆਂ ਹੈ ਧਿਆਨ ਦੀਆਂ, ਮੈਡੀਟੇਸ਼ਨ ਦੀਆਂ, ਕਿ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੇ ਮਨ ਦੀ ਫ੍ਰੀਕੁਐਂਸੀ ਨੂੰ ਇੰਨਾ ਉੱਚਾ ਲਿਜਾ ਸਕਦੇ ਹੋ, ਆਪਣੀ ਸਮਝ ਨੂੰ ਇੰਨਾ ਉੱਚਾ ਲਿਜਾ ਸਕਦੇ ਹੋ, ਜਿੱਥੇ ਪ੍ਰਮਾਤਮਾ ਦੀ ਸਮਝ ਨਾਲ ਤੁਹਾਡਾ ਕਨੈਕਸ਼ਨ ਹੋ ਜਾਂਦਾ ਹੈ, ਮੇਲ ਹੋ ਜਾਂਦਾ ਹੈ। ਫਿਰ ਤੁਸੀਂ ਬੜੀ ਆਸਾਨੀ ਨਾਲ ਆਪਣੇ ਜੀਵਨ 'ਚ ਉਹ ਆਨੰਦ ਨੂੰ ਪ੍ਰਾਪਤ ਕਰ ਲੈਂਦੇ ਹੋ, ਉਹ ਸ਼ਾਂਤੀ ਨੂੰ ਪ੍ਰਾਪਤ ਕਰ ਲੈਂਦੇ ਹੋ, ਉਹ ਖੁਸ਼ੀ ਨੂੰ ਪ੍ਰਾਪਤ ਕਰ ਲੈਂਦੇ ਹੋ, ਜਿਹੜੀਆਂ ਖੁਸ਼ੀਆਂ ਨੂੰ ਅੱਜ ਤੁਸੀਂ ਲੱਭਦੇ ਫਿਰਦੇ ਹੋ, ਤਰਸਦੇ ਫਿਰਦੇ ਹੋ ਕਿ ਮੈਨੂੰ ਖੁਸ਼ੀ ਮਿਲੇ, ਖੁਸ਼ੀ ਮਿਲੇ। ਯਾਦ ਰੱਖੋ, ਦੁਨੀਆ ਪਿੱਛੇ ਖੁਸ਼ੀ ਮੰਗਦੇ ਜਿੰਨਾ ਮਰਜ਼ੀ ਘੁੰਮੀ ਜਾਓ, ਇੱਥੋਂ ਖੁਸ਼ੀ ਨਹੀਂ ਮਿਲਣੀ, ਕਿਉਂਕਿ ਖੁਸ਼ੀਆਂ ਦਾਤਾ ਇੱਥੇ ਹੈ। ਯਾਨੀ ਆਪਣੀ ਸੋਚ ਨੂੰ ਉੱਥੇ ਲੈ ਜਾਓ, ਉਚਾਈ ਤੇ ਲੈ ਜਾਓ, ਤਾਂ ਫਿਰ ਖੁਸ਼ੀਆਂ ਮੰਗਣ ਦੀ ਲੋੜ ਨਹੀਂ ਪਏਗੀ। ਫਿਰ ਤਾਂ ਇੰਨੀਆਂ ਖੁਸ਼ੀਆਂ ਤੁਹਾਡੇ ਕੋਲ ਹੋਣਗੀਆਂ, ਤੁਸੀਂ ਦੂਜਿਆਂ ਨੂੰ ਵੰਡਦੇ ਫਿਰੋਗੇ। ਸਮਝਦੇ ਹੋ ਕਿ ਨਹੀਂ? ਇਸ ਲਈ ਦਾਤਾ ਬਣਨਾ ਹੈ ਖੁਸ਼ੀਆਂ ਦਾ, ਤਾਂ ਫਿਰ ਉਹ ਯੁਕਤੀ ਲੈ ਲਓ, ਵਿਧੀ ਲੈ ਲਓ। ਜਿੱਦਾਂ ਪਹਿਲਾਂ ਹੀ ਦੱਸਿਆ ਕਿ ਸਰੀਰ ਨੂੰ ਤਾਕਤਵਰ ਬਣਾਉਣ ਦੀ ਯੁਕਤੀ ਕੋਚ ਦਿੰਦਾ ਹੈ, ਜਿਮ ਦਾ ਕੋਚ, ਤਾਂ ਮਨ ਨੂੰ ਸ਼ਕਤੀਸ਼ਾਲੀ ਬਣਾ ਕੇ ਮਨ ਦੀ ਫ੍ਰੀਕੁਐਂਸੀ ਨੂੰ, ਮਨ ਦੀ ਸੋਚ ਨੂੰ ਚੱਲ ਜਾਣ ਦੀ ਯੁਕਤੀ ਸਾਨੂੰ ਸੰਤ ਗੁਰੂ ਰਹਿਬਰ ਰੂਪੀ ਕੋਚ ਦਿੰਦੇ ਹੈ ਕਿ ਕਿੱਦਾਂ ਅਸੀਂ ਮਨ ਦੀ ਐਕਸਰਸਾਈਜ਼ ਕਰਨੀ ਹੈ, ਕਿੱਦਾਂ ਅਸੀਂ ਮਨ ਦੀ ਪ੍ਰੈਕਟਿਸ ਕਰਨੀ ਹੈ, ਕਿ ਅਸੀਂ ਆਪਣੀ ਸੋਚ ਨੂੰ ਉਸ ਲੈਵਲ ਤੇ ਲੈ ਜਾਈਏ ਕਿ ਸਾਨੂੰ ਪ੍ਰਮਾਤਮਾ ਦੀ ਕਿਰਪਾ ਮਿਲ ਸਕੇ, ਉਹਦੀ ਰਹਿਮਤ ਮਿਲ ਸਕੇ। ਇਸ ਲਈ ਉਹਦੀ ਰਹਿਮਤ ਪਾਣਾ ਚਾਹੁੰਦੇ ਹੋ ਕਿ ਨਹੀਂ? ਤਾਂ ਫਿਰ ਇਹ ਕੋਸ਼ਿਸ਼ ਕਰੋ ਅੱਜ ਤੋਂ ਕਿ ਜਿੰਨੀ ਜਲਦੀ ਹੋ ਸਕੇ ਯੁਕਤੀ ਲੈ ਲਈਏ, ਉਹ ਵਿਧੀ ਲੈ ਲਈਏ, ਕਿਉਂਕਿ ਇਹ ਨਾ ਹੋਵੇ ਕਿ ਪਲ ਮੇ ਪਰਲੋ ਹੋਏਗੀ, ਹੁਣੇ ਹੀ ਮੌਤ ਆ ਜਾਵੇ ਤਾਂ ਅਸੀਂ ਆਪਣੇ ਅੰਦਰਲੀ ਤਾਕਤ ਨੂੰ ਜਾਣ ਹੀ ਨਾ ਪਾਈਏ, ਉਹ ਆਨੰਦ ਨੂੰ ਸਮਝ ਹੀ ਨਾ ਪਾਈਏ। ਇਸ ਤੋਂ ਪਹਿਲਾਂ ਕਿ ਸਵਾਸਾਂ ਦੀ ਡੋਰ ਟੁੱਟ ਜਾਵੇ, ਆਓ ਉਹ ਯੁਕਤੀ ਲੈ ਕੇ ਆਪਣੀ ਜ਼ਿੰਦਗੀ ਨੂੰ, ਆਪਣੇ ਜੀਵਨ ਨੂੰ ਸਫਲ ਬਣਾ ਲਈਏ। ਔਰ ਇਹ ਵਿਸ਼ਵਾਸ ਰੱਖਣਾ ਹੈ, ਯਕੀਨ ਰੱਖਣਾ ਹੈ। ਕਿਹੜਾ ਵਿਸ਼ਵਾਸ? ਕਿ ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ। ਇਹ ਵਿਸ਼ਵਾਸ ਹੈ ਨਾ? ਤਾਂ ਹੁਣ ਜਦੋਂ ਮਾਲਿਕ ਨਾਲ ਹੋਵੇ ਤਾਂ ਫਿਰ ਕੀ ਹੁੰਦਾ ਹੈ? ਜਦੋਂ ਉਹ ਨਾਲ ਹੋਵੇ ਫਿਰ ਕੀ ਹੁੰਦਾ ਹੈ? ਜਦੋਂ ਉਹ ਨਾਲ ਹੋਵੇ ਤਾਂ ਫਿਰ ਇਨਸਾਨ ਦੀ ਝੋਲੀ ਖੁਸ਼ੀਆਂ ਨਾਲ ਭਰ ਜਾਂਦੀ ਹੈ। ਇਸ ਲਈ ਮੇਰੀ ਝੋਲੀ ਖੁਸ਼ੀਆਂ ਨਾਲ, ਮੇਰੀ ਝੋਲੀ ਖੁਸ਼ੀਆਂ ਨਾਲ, ਮੇਰੀ ਝੋਲੀ ਖੁਸ਼ੀਆਂ ਨਾਲ। ਔਰ ਜਦੋਂ ਖੁਸ਼ੀਆਂ ਨਾਲ ਝੋਲੀ ਭਰ ਜਾਂਦੀ ਹੈ ਤਾਂ ਬੰਦੇ ਦੇ ਸਾਰੇ ਦੁੱਖ ਦੂਰ। ਇਸ ਲਈ ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ। ਤਾਂ ਵਾਕਈ ਹੋ ਗਏ, ਸਮਝਦੇ ਹੋ? ਵਾਕਈ ਹੋ ਗਏ। ਅਗਰ ਯਕੀਨ ਰੱਖੋਗੇ ਤਾਂ ਫਿਰ ਹੋ ਗਏ, ਕਿਉਂਕਿ ਗੱਲ ਤਾਂ ਸਾਰੀ ਪ੍ਰੇਮ ਦੀ ਹੈ, ਵਿਸ਼ਵਾਸ ਦੀ ਹੈ। ਜਿੱਦਾਂ ਪਹਿਲੇ ਹੀ ਦੱਸਿਆ, ਤੁਸੀਂ ਕਮਜ਼ੋਰ ਨਹੀਂ ਹੋ, ਤੁਸੀਂ ਉਹ ਸ਼ਕਤੀਸ਼ਾਲੀ ਪਰਮਾਤਮਾ ਦੇ ਨੂਰ ਤੋਂ, ਉਹਦੀ ਸ਼ਕਤੀ ਤੋਂ ਬਣੇ ਹੋਏ ਹੋ। ਔਰ ਜਿਹੜੀ ਚੀਜ਼ ਉਹਦੀ ਸ਼ਕਤੀ ਤੋਂ ਬਣੀ ਹੋਵੇ ਉਹ ਕਮਜ਼ੋਰ ਨਹੀਂ ਹੁੰਦੀ, ਉਹ ਵੀ ਸ਼ਕਤੀਸ਼ਾਲੀ ਹੁੰਦੀ ਹੈ। ਇਸ ਲਈ ਆਪਣੀ ਸ਼ਕਤੀ ਨੂੰ ਪਹਿਚਾਨੋ ਔਰ ਆਪਣੀ ਸ਼ਕਤੀ ਨੂੰ ਜਾਣਨ ਵਾਸਤੇ ਸਟੈਪ ਉਠਾਓ, ਕਦਮ ਉਠਾਓ ਕਿ ਆਪਣੀ ਸ਼ਕਤੀ ਨੂੰ ਪਹਿਚਾਨਾ। ਇੱਕ ਗੱਲ ਦਾ ਸੱਚੀ ਜਵਾਬ ਦਿਓ ਸਾਨੂੰ ਸੋਚ ਕੇ, ਕਿ ਹੁਣ ਕੋਈ ਤੁਹਾਨੂੰ ਕਹਿ ਦੇਵੇ ਨਾ ਤੁਹਾਡੇ ਘਰ 'ਚ ਘੜਾ ਦੱਬਿਆ ਸੋਨੇ ਦੀਆਂ ਮੋਹਰਾਂ ਦਾ, ਹੁਣ ਕੋਈ ਕਹਿ ਦੇਵੇ ਤਾਂ ਤੁਸੀਂ ਪਾਗਲ ਹੋ ਜਾਣਾ। ਕਿੱਥੋਂ, ਕਿੱਥੇ ਹੈ, ਕਿੱਥੇ, ਹੁਣ ਦੱਸੋ, ਹੁਣ ਕੱਢ ਲਵਾਂ, ਹੁਣ ਕੱਢ ਲਵਾਂ, ਹੁਣੇ ਕੱਢ ਲਵਾਂ। 10 ਬੰਦਿਆਂ ਨੂੰ ਪੁੱਛੋਗੇ ਤੁਸੀਂ, ਬੋਲੋ ਪੁੱਛੋਗੇ ਕਿ ਨਹੀਂ? ਕਿਉਂਕਿ ਬੰਦੇ ਦੇ ਅੰਦਰ ਇੱਕ ਪੈਸੇ ਨੂੰ ਲੈ ਕੇ ਬੜਾ, ਜਿੱਦਾਂ ਬੰਦਾ ਪਾਗਲਪਨ ਹੈ, ਮੈਨੂੰ ਹੁਣ ਮਿਲ ਜਾਵੇ, ਹੁਣ ਮਿਲ ਜਾਵੇ ਮੈਨੂੰ। ਤੁਹਾਨੂੰ ਤਾਂ ਰਾਤ ਨੂੰ ਨੀਂਦ ਵੀ ਨਹੀਂ ਆਣੀ, ਉਹ ਲਿਆਓ ਕੋਈ, ਲਿਆਓ ਜਿਹੜਾ ਕੱਢ ਦੇਵੇ ਧਨ, ਲਿਆਓ ਜਿਹੜਾ ਕੱਢ ਦੇਵੇ ਧਨ। ਤਾਂ ਹੁਣ ਅਸੀਂ ਤੁਹਾਨੂੰ ਦੱਸ ਰਹੇ ਹਾਂ, ਤੁਹਾਡੇ ਅੰਦਰ ਪਰਮ ਸ਼ਕਤੀਸ਼ਾਲੀ ਪਰਮਾਤਮਾ ਹੈ। ਹੁਣ ਆਇਆ ਅੰਦਰ ਕੋਈ ਪਾਗਲਪਨ, ਮੈਂ ਨਹੀਂ ਕੱਢਾਂ ਇਹਨੂੰ, ਮੈਂ ਸਿੱਖ ਲਵਾਂ ਯੁਕਤੀ, ਹੁਣੇ ਜੁੜਾ ਨਾਮ ਨਾਲ, ਹੁਣੇ ਲਵਾਂ ਵਿਧੀ, ਤਾਂ ਕਿ ਅੰਦਰ ਬੈਠੇ ਪਰਮ ਧਨ ਨਾਲ ਮੇਰੀ ਮੁਲਾਕਾਤ ਹੋ ਸਕੇ। ਉਹ ਦੁਨੀਆ ਦੇ ਧਨ ਵਾਸਤੇ ਜਦੋਂ ਅਸੀਂ ਜਿੱਦਾਂ ਕੋਸ਼ਿਸ਼ ਕਰਦੇ ਆ ਨਾ, ਕਾਸ਼ ਅਸੀਂ ਉਹਨਾਂ ਪਰਮ ਧਨ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਹੁੰਦੀ, ਉਹ ਪਰਮ ਆਨੰਦ ਨੂੰ ਜਾਣਨ ਦੀ ਕੋਸ਼ਿਸ਼ ਹੁੰਦੀ, ਤਾਂ ਸਾਡੇ ਜੀਵਨ ਦੇ ਅੱਜ ਸਾਰੇ ਦੁੱਖ ਹੀ ਖਤਮ ਹੋ ਜਾਂਦੇ, ਅੱਜ ਸਾਡਾ ਜੀਵਨ ਸੰਪੂਰਨ ਹੋ ਜਾਂਦਾ। ਇਸ ਲਈ ਕਹਿੰਦੇ ਹਾਂ, ਬਹੁਤ ਜਨਮ ਵਿਛੜੇ ਥੇ ਮਾਧੋ ਜੇ ਜਨਮ ਤੁਮਹਾਰੇ ਲੇਖੇ। ਕੁਛ ਐਸਾ ਹੁਣ ਜਾਣ ਲੈਣਾ ਹੈ, ਆਪਣੇ ਅੰਦਰਲੇ ਧਨ ਨੂੰ ਸਮਝ ਲੈਣਾ ਹੈ, ਤਾਂ ਕਿ ਜਨਮ ਸਾਡਾ ਲੇਖੇ ਲੱਗ ਜਾਵੇ, ਇਹ ਜੀਵਨ ਸਾਡਾ ਸਫਲ ਹੋ ਜਾਵੇ। ਇਸ ਲਈ ਆਓ ਸਤਿਗੁਰ ਦੇ ਨਾਲ ਜੁੜ ਕੇ, ਗੁਰੂ ਚਰਨਾਂ ਨਾਲ ਜੁੜ ਕੇ, ਸੱਚੇ ਫਕੀਰਾਂ ਨਾਲ ਜੁੜ ਕੇ, ਉਹ ਯੁਕਤੀ ਲੈ ਕੇ, ਉਹ ਵਿਧੀ ਲੈ ਕੇ ਆਪਣੇ ਅੰਦਰਲੇ ਪਰਮ ਧਨ ਨੂੰ ਜਾਣੀਏ। ਜਿੱਦਾਂ ਦੱਸਿਆ ਕਿ ਜਿੱਦਾਂ ਘੜੇ ਦੀ ਫਿਕਰ ਹੁੰਦੀ ਨਾ, ਮਿਲ ਜਾਵੇ ਫਟਾਫਟ, ਹੁਣ ਇਹ ਵੀ ਫਿਕਰ ਹੋ ਜਾਵੇ, ਹੁਣੇ ਹੀ ਮਿਲ ਜਾਵੇ, ਫਟਾਫਟ ਮਿਲ ਜਾਵੇ। ਮੈਂ ਕੋਸ਼ਿਸ਼ ਕਰਾਂ, ਮੈਂ ਯੁਕਤੀ ਲਵਾਂ, ਮੈਂ ਵਿਧੀ ਲਵਾਂ, ਤਾਂ ਕਿ ਮੇਰੇ ਅੰਦਰ ਜਿਹੜਾ ਉਹ ਖੁਸ਼ੀਆਂ ਦਾ ਖਜ਼ਾਨਾ ਹੈ ਉਹ ਮੇਰੇ ਹੱਥ ਆਵੇ, ਤਾਂ ਕਿ ਮੇਰਾ ਜੀਵਨ ਖੁਸ਼ੀਆਂ ਨਾਲ ਭਰ ਜਾਵੇ। ਇਸ ਲਈ ਕੋਸ਼ਿਸ਼ ਕਰੋ, ਆਪਣੇ ਦਿਮਾਗ 'ਚ ਸੋਚ ਰੱਖੋ ਕਿ ਜਿੰਨੀ ਜਲਦੀ ਹੋ ਸਕੇ ਮੈਂ ਵਿਧੀ ਲੈ ਕੇ ਉਹ ਤੁਹਾਨੂੰ ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਬਣਾਵਾਂ। ਬਸ ਭਰੋਸਾ ਰੱਖੋ ਆਪਣੇ ਮਾਲਿਕ ਤੇ, ਵਿਸ਼ਵਾਸ ਰੱਖੋ ਆਪਣੇ ਮਾਲਿਕ ਤੇ, ਤਾਂ ਅੱਜ ਮਹਿਸੂਸ ਕਰੋ ਕਿ ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰੀ ਝੋਲੀ ਖੁਸ਼ੀਆਂ ਨਾਲ,
ਮੇਰੀ ਝੋਲੀ ਖੁਸ਼ੀਆਂ ਨਾਲ, ਮੇਰੀ ਝੋਲੀ ਖੁਸ਼ੀਆਂ ਨਾਲ। ਤਾਂ ਮਾਲਕ ਇਦਾਂ ਹੀ ਕਰੇ ਕਿ ਤੁਹਾਡੀ ਝੋਲੀ ਭਰ ਜਾਵੇ ਖੁਸ਼ੀਆਂ ਦੇ ਨਾਲ, ਕਿ ਜੀਵਨ 'ਚ ਤੁਹਾਨੂੰ ਕੋਈ ਤੋੜ, ਕੋਈ ਘਾਟ, ਕੋਈ ਕਮੀ ਨਾ ਰਵੇ। ਔਰ ਹੁਣ ਇਹਨਾਂ ਵਚਨਾਂ ਦੇ ਨਾਲ ਹੀ ਅਸੀਂ ਅੱਜ ਦੇ ਸਤਸੰਗ ਦੀ ਸਮਾਪਤੀ ਕਰਾਂਗੇ। ਸਤਸੰਗ ਸਮਾਪਤ ਕਰਨ ਤੋਂ ਪਹਿਲਾਂ ਦੱਸਣਾ ਚਾਹਾਂਗੇ, ਕਿਉਂਕਿ ਤੁਸੀਂ ਜਾਣਦੇ ਹੋ ਕਿ ਅੱਜ ਹੈ 16 ਤਰੀਕ, ਔਰ ਆਉਣ ਵਾਲਾ ਜੋ ਅਗਲਾ ਮੰਗਲਵਾਰ ਹੈ, ਉਦੋਂ ਕਿੰਨੀ ਤਰੀਕ ਹੈ? 23। ਉਸ ਦਿਨ 11ਵੀਂ ਰੋਜ਼ ਹੈ, ਕਿਉਂਕਿ ਹਰ ਮਹੀਨੇ ਬਾਅਦ 11ਵੀਂ ਰੋਜ਼ ਆਉਂਦਾ ਹੈ। ਫਰਵਰੀ ਮਹੀਨੇ ਦਾ 11ਵੀਂ ਰੋਜ਼ 23 ਫਰਵਰੀ ਦਿਨ ਮੰਗਲਵਾਰ ਦਾ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਸਤਸੰਗ ਵੈਸੇ ਤਾਂ ਹਰ ਵੀਰਵਾਰ ਦਰਬਾਰ ਤੇ ਹੁੰਦਾ ਹੈ। ਵੀਰਵਾਰ ਨੂੰ 12 ਵਜੇ ਦਾ ਟਾਈਮ ਹੁੰਦਾ ਸਤਸੰਗ ਦਾ, ਕਿ ਅਸੀਂ ਜਦੋਂ ਵੀ ਟਾਈਮ ਲੱਗੇ ਵੀਰਵਾਰ ਨੂੰ ਸਤਸੰਗ ਦੇ ਵਿੱਚ ਪਹੁੰਚ ਕੇ ਮਾਲਕ ਦੀਆਂ ਰਹਿਮਤਾਂ ਪ੍ਰਾਪਤ ਕਰ ਸਕਦੇ ਹਾਂ। ਅਗਰ ਸਾਨੂੰ ਹਰ ਹਫਤੇ ਨਹੀਂ ਅਸੀਂ ਪਹੁੰਚ ਸਕਦੇ, ਕਈ ਵਾਰ ਹੁੰਦਾ ਕਿ ਹਰ ਹਫਤੇ ਮੈਂ ਨਹੀਂ ਜਾ ਸਕਦਾ, ਤਾਂ ਫਿਰ ਮਹੀਨੇ ਬਾਅਦ 11ਵੀਂ ਰੋਜ਼ ਆਉਂਦਾ ਹੈ। ਇਸ ਵਾਰ 23 ਆਪਣੇ ਫਰਵਰੀ ਦਿਨ ਮੰਗਲਵਾਰ ਹੈ। ਸਾਰਿਆਂ ਨੇ ਹੁਮਾ ਕੇ ਪਹੁੰਚਣਾ ਹੈ। ਔਰ ਉਸ ਦੇ ਨਾਲ ਨਾਲ ਜੋ ਅਗਲਾ ਮਹੀਨਾ ਆ ਰਿਹਾ ਮਾਰਚ ਮਹੀਨਾ, ਉਸ ਦਿਨ 28 ਮਾਰਚ ਦਾ ਦਰਬਾਰ ਤੇ ਸਾਲਾਨਾ ਪ੍ਰੋਗਰਾਮ ਹੈ, ਜੋ ਸਾਲ ਬਾਅਦ ਆਉਂਦਾ ਹੈ, ਕਿਉਂਕਿ ਖੁਸ਼ੀਆਂ ਦਾ ਦਿਨ ਹੈ, ਹਜ਼ੂਰ ਦਾ ਦਿਨ ਹੈ, ਹਜ਼ੂਰ ਦਾ ਪਵਿੱਤਰ ਜਨਮ ਦਿਹਾੜਾ ਹੈ। ਇਸ ਲਈ ਕੋਸ਼ਿਸ਼ ਕਰਨੀ ਹੈ ਕਿ ਉਹ ਸਾਲਾਨਾ ਪ੍ਰੋਗਰਾਮ 'ਚ ਵੀ ਅਸੀਂ ਸਾਰੇ ਹੁਮਾ ਕੇ ਪਹੁੰਚੀਏ, ਕਿਉਂਕਿ ਜਦੋਂ ਇਨਸਾਨ ਪ੍ਰੇਮ ਸ਼ਰਧਾ ਦੇ ਨਾਲ ਚੱਲ ਕੇ ਗੁਰੂ ਚਰਨਾਂ ਚਾਹੁੰਦਾ ਹੈ ਤਾਂ ਬਹੁਤ ਕੁਝ ਮਾਲਕ ਦੇ ਘਰ 'ਚੋਂ ਇਨਸਾਨ ਲੈ ਕੇ ਜਾਂਦਾ ਹੈ। ਇਸ ਲਈ ਅੱਜ ਤੁਸੀਂ ਸਤਸੰਗ 'ਚ ਪਹੁੰਚੇ ਤਾਂ ਦੇਖੋ ਕਿੰਨਾ ਕੁਝ ਸਮਝਿਆ, ਤੁਸੀਂ ਸਮਝਿਆ ਕਿ ਨਹੀਂ? ਆਨੰਦ ਆਇਆ ਕਿ ਨਹੀਂ? ਜੇ ਕਿਹਨੂੰ ਕਿਹਨੂੰ ਆਨੰਦ ਆਇਆ, ਹੱਥ ਨਾ ਖੜੇ ਕਰੋ, ਹੱਸ ਕੇ ਦਿਖਾਓ। ਹੱਥ ਖੜੇ ਕਰਨਾ ਕੀ ਹੋਣਾ? ਹਾਂ ਹੱਸੇ ਹੋ, ਦੇਖੋ ਹਾਲ ਵਿੱਚ ਗੂੰਜ ਪੈ ਗਈ, ਇੱਕ એનર્ਜੀ ਫੈਲ ਗਈ ਹੱਸੀ ਦੀ। ਹੁਣ ਦੱਸੋ 28 ਨੂੰ ਪਹੁੰਚੋਗੇ ਕਿ ਨਹੀਂ? ਤੁਹਾਨੂੰ ਸਾਰਿਆਂ ਨੂੰ ਨਿਯੋਤਾ ਦੇ ਰਹੇ ਹਾਂ ਅਸੀਂ, ਆਪਣੀ ਤਰਫੋਂ ਸੱਦਾ ਦੇ ਰਹੇ ਹਾਂ, ਕਿਉਂਕਿ ਆਪਣੇ ਪਿਆਰਿਆਂ ਨੂੰ ਪ੍ਰੋਗਰਾਮਾਂ ਦਾ ਸੱਦਾ ਦਿੱਤਾ ਜਾਂਦਾ ਹੈ। ਤੁਸੀਂ ਸਾਡੇ ਪਿਆਰੇ ਹੋ। ਇਸ ਲਈ 28 ਮਾਰਚ ਦਿਨ ਐਤਵਾਰ ਛੁੱਟੀ ਵਾਲਾ ਦਿਨ ਹੈ। 27 ਤਰੀਕ ਦੀ ਸ਼ੋਭਾ ਯਾਤਰਾ, ਰੱਥ ਯਾਤਰਾ ਵੀ ਹੈ। ਇਸ ਲਈ ਨਾਲੇ ਵੈਸੇ 28 ਦੀ ਹੋਲੀ ਹੈ, ਪਰ ਅਸੀਂ 27 ਨੂੰ ਰੱਥ ਯਾਤਰਾ ਵਿੱਚ ਹੀ ਹੋਲੀ ਦਾ ਆਨੰਦ ਲੈਣਾ ਹੈ। ਸਮਝਦੇ ਹੋ ਕਿ ਨਹੀਂ? ਕਿਉਂਕਿ ਕਹਿੰਦੇ ਆ ਨਾ, ਕੋਈ ਰੰਗ ਸਾਵਾ ਕੋਈ ਰੰਗ ਸੂਆ, ਕੋਈ ਗੁਲਾਬੀ ਕਰਦਾ ਬੁੱਲੇ ਸ਼ਾਹ ਰੰਗ ਮੁਰਸ਼ਦ ਵਾਲਾ ਕਿਸੇ ਕਿਸੇ ਨੂੰ। ਔਰ ਖਾਸ ਗੱਲ ਦੱਸੀਏ, ਉਸ ਦਿਨ ਅਸੀਂ ਆਪ ਰੰਗ ਲਾਈਦਾ ਤੁਹਾਨੂੰ। ਸਮਝਦੇ ਹੋ ਕਿ ਨਹੀਂ? ਕਿਉਂਕਿ ਉਸਲੇ ਜਿਹੜੇ ਜੀਵ ਆਉਂਦੇ ਨਾ, ਸਾਡੀ ਕੋਸ਼ਿਸ਼ ਤੇ ਰੰਗ ਲਾ ਕੇ ਉਹ ਮਾਲਕ ਦੇ ਰੰਗ 'ਚ ਹੀ ਰੰਗ ਦਈਏ ਇਹਨਾਂ ਨੂੰ, ਉਹ ਪ੍ਰੇਮ ਦੇ ਰੰਗ 'ਚ ਹੀ ਰੰਗ ਦੇ। ਕਿਉਂਕਿ ਕੀ ਪਤਾ ਇਹ ਰੰਗ ਲਾਉਂਦੇ ਲਾਉਂਦੇ ਕਦੋਂ ਰੰਗ ਲੱਗ ਜਾਣਾ। ਸਮਝਦੇ ਹੋ ਕਿ ਨਹੀਂ? ਇਸ ਲਈ ਯਾਦ ਰੱਖਣਾ। ਬਾਕੀ ਜਿਹੜੇ ਜੀਵ 27 ਨੂੰ ਆ ਕੇ ਰਾਤ ਵੀ ਰਹਿਣਾ ਚਾਹਣਗੇ, ਦਰਬਾਰ ਦੇ ਉੱਪਰ ਸਾਰਾ ਇੰਤਜ਼ਾਮ ਹੈ ਰਾਤ ਰਹਿਣ ਦਾ, ਖਾਣ ਪੀਣ ਦਾ, ਕੋਈ ਕਮੀ ਨਹੀਂ ਹੈ ਮਾਲਕ ਦੇ ਘਰ 'ਚ। ਇਸ ਲਈ ਤੁਸੀਂ ਬਸ ਪਹੁੰਚ ਜਾਓ ਔਰ ਪਹੁੰਚ ਕੇ ਉਹਨਾਂ ਰਹਿਮਤਾਂ ਦਾ ਆਨੰਦ ਲਓ ਔਰ ਆਪਣੀ ਜ਼ਿੰਦਗੀ ਨੂੰ, ਆਪਣੇ ਜੀਵਨ ਨੂੰ ਸਫਲ ਬਣਾਓ। ਔਰ ਅੰਤ ਵਿੱਚ ਇਹੀ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗੇ। ਔਰ ਇਹ ਵੀ ਗੱਲ ਦੱਸ ਦੇਣੀ ਚਾਹਾਂਗੇ ਕਿ 28 ਤਰੀਕ ਇਹ ਸਾਲ ਬਾਅਦ ਜੋ ਸਾਲਾਨਾ 11ਵੀਂ ਆਉਂਦੀ, ਖੁਸ਼ੀ ਦੀਆਂ ਨਿਆਜ਼ਾਂ ਦਾ ਦਿਨ ਹੁੰਦਾ ਹੈ। ਜਿਹੜਾ ਵੀ ਉਸ ਦਿਨ ਖੁਸ਼ੀ ਦੀ ਨਿਆਜ਼ ਦਿੰਦਾ ਹੈ, ਉਹਦੀ ਝੋਲੀ ਖੁਸ਼ੀਆਂ ਨਾਲ ਭਰ ਜਾਂਦੀ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਅਸੀਂ ਉਹ ਨਿਆਜ਼ ਨੂੰ ਜੋੜੀਏ, ਤਾਂ ਹਜ਼ੂਰ ਦੇ ਦਿਨ ਤੇ ਨਿਆਜ਼ ਦੇ ਕੇ ਉਹਨਾਂ ਦੀਆਂ ਰਹਿਮਤਾਂ ਨੂੰ ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਬਣਾਈਏ। ਕਿਉਂਕਿ ਨਿਆਜ਼ ਉਹ ਰਹਿਮਤਾਂ ਦੀ ਚਾਬੀ ਹੈ ਕਿ ਜਦੋਂ ਇਨਸਾਨ ਲਾ ਦਿੰਦਾ ਤਾਂ ਦਰਵਾਜ਼ੇ ਖੁੱਲ ਜਾਂਦੇ ਆ। ਅਸੀਂ ਤਾਂ ਮਾਈ ਨੇ ਨਿਆਜ਼ ਦਿੱਤੀ ਸੀ ਤਾਂ 12 ਸਾਲਾਂ ਡੁੱਬੇ ਬੇੜੇ ਵੀ ਬੰਨੇ ਲੱਗ ਗਏ ਸੀ, ਤੁਹਾਡੇ ਬੇੜੇ ਵੀ ਬੰਨੇ ਲੱਗ ਜਾਣਗੇ। ਵੇਲੇ ਪਹੁੰਚ ਜਾਣਾ ਖੁਸ਼ੀਆਂ ਦੇ ਦਿਨ ਤੇ, ਕੋਈ ਕਮੀ ਨਹੀਂ ਆਏਗੀ। ਔਰ ਹੁਣ ਅੰਤ ਵਿੱਚ ਇਹੀ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗੇ। ਜਰਾ ਹੱਸ ਕੇ ਦਿਖਾਓ ਪਹਿਲਾਂ। ਹਾਂ, ਇਹ ਹੱਸਣ ਨੂੰ ਕਿਉਂ ਕਹਿ ਰਹੇ ਹਾਂ ਅਸੀਂ? ਕਿਉਂਕਿ ਅਸੀਂ ਬੇਨਤੀ ਕਰਨੀ ਹੈ ਕਿ ਮਾਲਕ ਇੰਨੀ ਰਹਿਮਤ ਕਰਨਗੇ ਜਿੱਦਾਂ ਇਸ ਵੇਲੇ ਤੁਸੀਂ ਸਾਰੇ ਖੁਸ਼ ਹੋ, ਚਿਹਰੇ ਤੇ ਸਮਾਈਲ ਹੈ, ਦਿਲ ਤੁਹਾਡਾ ਖੁਸ਼ੀਆਂ ਨਾਲ ਭਰਿਆ ਹੈ। ਇਹ ਮਾਲਕ ਇਦਾਂ ਹੀ ਰਹਿਮਤ ਕਰਨ ਕਿ ਤੁਹਾਡਾ ਦਿਲ ਸਦਾ ਖੁਸ਼ੀਆਂ ਨਾਲ ਹੀ ਭਰਿਆ ਰਵੇ, ਤੁਹਾਡੇ ਚਿਹਰੇ ਤੇ ਇਸੇ ਤਰ੍ਹਾਂ ਮੁਸਕਰਾਹਟ ਬਣੀ ਰਵੇ, ਤੁਹਾਡੀਆਂ ਤਕਲੀਫਾਂ, ਦੁੱਖਾਂ, ਦਰਦਾਂ, ਪਰੇਸ਼ਾਨੀਆਂ ਨੂੰ ਮਾਲਕ ਦੂਰ ਕਰਨ, ਤੁਹਾਡੀਆਂ ਝੋਲੀਆਂ ਨੂੰ ਮਾਲਕ ਖੁਸ਼ੀਆਂ ਨਾਲ ਭਰਪੂਰ ਕਰਨ। ਆਉਣ ਵਾਲਾ ਹਰ ਪਲ, ਹਰ ਘੜੀ ਤੁਹਾਡੇ ਵਾਸਤੇ ਖੁਸ਼ੀਆਂ, ਕਾਮਯਾਬੀ, ਸਫਲਤਾ ਭਰੀ ਹੋਵੇ, ਰਹਿਮਤਾਂ, ਬਰਕਤਾਂ ਭਰੀ ਹੋਵੇ। ਆਪਣੀ ਕਿਰਪਾ, ਦਇਆ, ਮਿਹਰ, ਰਹਿਮਤ, ਬਖਸ਼ਿਸ਼ ਹਮੇਸ਼ਾ ਮਾਲਕ ਤੁਹਾਡੇ ਤੇ ਬਣਾਏ ਰੱਖਣ। ਇਹੀ ਸਾਡੀ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਔਰ ਹੁਣ ਅੰਤ ਵਿੱਚ ਤੁਹਾਡੇ ਸਭ ਦੇ ਅੰਦਰ ਵਸਦੇ ਉਸ ਮਾਲਕ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਸਾਡਾ ਪ੍ਰਣਾਮ ਸਵੀਕਾਰ ਕਰੋ। ਜੈ ਮਾਲਕਾਂ ਦੀ।